ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਿਲਾ ਤੀਜਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਫਿਰ ਪਛੋਤਾਵੇ। ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ। ਆਪੇ ਮੇਲ ਮਿਲਾਈ ਰਹਾਉ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁਲਾਸੈ ਸਾਰਾ। ਬਿਨ ਗੁਰ ਬੰਧਨ ਟੂਟੈ ਨਾਹੀ, ਗੁਰਮੁਖ ਮੋਖ ਦੁਆਰਾ। ਕਰਮ ਕਰਹਿ ਗੁਰ ਸ਼ਬਦ ਨਾ ਪਛਾਣਹਿ, ਮਰ ਜਨਮਹਿ ਵਾਰੋ ਵਾਰਾ। ਹਉ ਮੇਰਾ ਜਗ ਪਲਚ ਰਹਿਆ ਭਾਈ, ਕੋਇ ਨਾ ਕਿਸਹੀ ਕੀਰਾ। ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਘਰ ਹੋਈ ਬਸੇਰਾ। ਐਥੈ ਬੁਝੈ ਸੋ ਆਪ ਪਛਾਣੈ, ਹਰਿ ਪ੍ਰਭ ਹੈ ਤਿਸ ਕੀਰਾ। ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਣ ਭਾਗਾ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਤਰ, ਵਿਚੋਂ ਆਪ ਗਵਾਈਐ। ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਣ ਭਾਗਾ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ।
ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਸ਼ਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰ ਵਾਲੇ ਸਤ ਸੰਗੀ ਜਨ ਵਡਭਾਗੇ ਹੋ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਨਿਤਾਂ ਪ੍ਰਤੀ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਨ ਦਾ ਸੁਭਾਗਾ ਸਮਾਂ ਮਾਲਕ ਜੀ ਬਖਸ਼ਦੇ ਨੇ। ਅੱਜ ਦਾ ਪਾਵਨ ਪਵਿੱਤਰ ਮੁਖਵਾਕ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਤਿਨਾਂ ਦੁਆਰਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ ਪਾਵਨ ਅੰਗ 601 ਅਤੇ 2 ਤੇ ਸੁਭਾਏਮਾਨ ਹੈ। ਇਸ ਪਾਵਨ ਪਵਿੱਤਰ ਬਚਨ ਦੇ ਰਾਹੀਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਗੱਲ ਸਪਸ਼ਟ ਕੀਤੀ ਹੈ ਆਪਣੇ ਜੀਵਨ ਦੇ ਤਜਰਬੇ ਵਿੱਚੋਂ ਕਿ ਅਸਲ ਦੇ ਵਿੱਚ ਉਹ ਹੀ ਸੁਖੀ ਹੈ ਜਿਹੜਾ ਗੁਰੂ ਦੀ ਰਜ਼ਾ ਦੇ ਵਿੱਚ ਤੁਰ ਰਿਹਾ ਹੈ। ਆਪਣੀ ਮਰਜ਼ੀ ਮੁਤਾਬਕ ਜੀਵਨ ਢਾਲਣ ਵਾਲਾ ਇਨਸਾਨ ਜਿਹੜਾ ਹੈ, ਕੋਈ ਵੀ ਸ਼ੈ ਕਹਿ ਲਓ, ਉਹ ਆਪਣੇ ਆਪ ਨੂੰ ਤਬਾਹ ਕਰ ਰਿਹਾ ਹੈ। ਸ੍ਰਿਸ਼ਟੀ ਦੀ ਹਰ ਇੱਕ ਚੀਜ਼ ਰੱਬ ਦੇ ਨਿਯਮ ਦੇ ਵਿੱਚ ਹੈ ਤੇ ਜਦੋਂ ਬਾਹਰ ਹੁੰਦੀ ਹੈ ਨਿਯਮ ਤੋਂ, ਖੁਦ ਵੀ ਤਬਾਹ ਹੁੰਦੀ ਹੈ ਤੇ ਦੂਜੇ ਨੂੰ ਵੀ ਤਬਾਹ ਕਰਦੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਅੱਗ ਪਰਮਾਤਮਾ ਦੇ ਨਿਯਮ ਦੇ ਵਿੱਚ ਹੈ, ਹੁਕਮ ਵਿੱਚ ਹੈ। ਹਵਾ ਉਹਦੇ ਹੁਕਮ ਵਿੱਚ ਹੈ, ਬਨਸਪਤੀ ਉਹਦੇ ਹੁਕਮ ਵਿੱਚ ਹੈ। ਕਿਹੜੀ ਸ਼ੈ ਹੈ ਜੋ ਪਰਮਾਤਮਾ ਦੇ ਹੁਕਮ ਵਿੱਚ ਨਹੀਂ ਹੈ? ਪਰ ਜਦੋਂ ਹੀ ਇਹ ਆਪ ਉਦਰੀ ਕਰਦੀ ਹੈ, ਆਪਣੇ ਅਨੁਸਾਰ ਹੋ ਕੇ ਸ੍ਰਿਸ਼ਟੀ ਦੀ ਕੋਈ ਵੀ ਸ਼ੈ ਚੱਲਣ ਦਾ ਯਤਨ ਕਰਦੀ ਹੈ, ਉੱਥੇ ਫਿਰ ਜਿਹੜਾ ਹੈ ਤਬਾਹੀ ਹੈ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜੀਵਨ ਤਬਾਹ ਹੈ ਉਹ ਜਿਹੜਾ ਆਪਣੀ ਮਰਜ਼ੀ ਮੁਤਾਬਕ ਚੱਲਦਾ ਹੈ। ਗੁਰੂ ਪਰਮਾਤਮਾ ਦੇ ਅਨੁਸਾਰੀ ਹੋ ਕੇ ਚੱਲਣਾ, ਸਮਝੋ ਕਿ ਜੀਵਨ ਜਿਹੜਾ ਹੈ ਸਾਡਾ ਸੁਖੀ ਹੈ। ਆਓ ਪਾਵਨ ਬਚਨ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਤ ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੱਖ ਸਖਾ ਬੰਧਪ ਹੈ ਭਾਈ, ਉਹੀ ਗੁਰੂ ਦਾ ਸਿੱਖ ਹੈ। ਬੰਧਪ ਤੋਂ ਭਾਵ ਰਿਸ਼ਤੇਦਾਰ, ਸਖਾ ਤੋਂ ਭਾਵ ਮਿੱਤਰ। ਗੁਰੂ ਕਾ ਮਿੱਤਰ, ਗੁਰੂ ਕਾ ਰਿਸ਼ਤੇਦਾਰ, ਗੁਰੂ ਕਾ ਸਿੱਖ ਉਹੀ ਹੈ ਜੇ ਗੁਰ ਕੇ ਭਾਣੇ ਵਿੱਚ ਆਵੇ, ਜੇ ਗੁਰੂ ਦੀ ਰਜ਼ਾ ਦੇ ਵਿੱਚ ਤੁਰ ਰਿਹਾ, ਗੁਰੂ ਦੇ ਹੁਕਮ ਵਿੱਚ ਤੁਰ ਰਿਹਾ। ਤੇ ਵੀ ਗੱਲ ਜਿਹੜਾ ਹੈ ਆਪਾਂ ਲੈ ਕੇ ਚੱਲੀਏ ਨਾਲ ਕਿ ਗੁਰੂ ਕਦੀ ਪੁੱਠੇ ਰਸਤੇ ਤੇ ਨਹੀਂ ਪਾਉਂਦਾ। ਹਾਲਾਂਕਿ ਪਰਖਾਂ ਜੀਵਨ ਦੇ ਵਿੱਚ ਕੁਝ ਐਸੀਆਂ ਹੁੰਦੀਆਂ ਨੇ ਜਿੱਥੇ ਮਨੁੱਖ ਜਿਹੜਾ ਹੈ ਆਪਣੇ ਆਪ ਨੂੰ ਇੰਝ ਮਹਿਸੂਸ ਕਰਦਾ ਹੈ ਕਿ ਅਸਲ ਦੇ ਵਿੱਚ ਆਹ ਚੀਜ਼ ਤੇ ਹੋਣੀ ਨਹੀਂ ਚਾਹੀਦੀ।
ਪਰ ਜਿਹੜਾ ਗੁਰੂ ਅਨੁਸਾਰੀ ਹੋ ਕੇ ਤੁਰ ਪਿਆ, ਸਤਿਗੁਰੂ ਜੀ ਕਹਿੰਦੇ ਉਹ ਸੁਖੀ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਆਪਣੀ ਮਰਜ਼ੀ ਮੁਤਾਬਕ ਤੁਰਦਾ ਹੈ, ਉਹ ਫਿਰ ਪ੍ਰਮਾਤਮਾ ਗੁਰੂ ਤੋਂ ਵਿਛੜ ਕੇ ਚੋਟਾਂ ਖਾਂਦਾ ਹੈ, ਦੁੱਖ ਸਹਾਰਦਾ ਹੈ, ਤਕਲੀਫਾਂ ਆਦਿਕ ਜਿਹੜਾ ਹੈ ਉਹਦੀ ਜ਼ਿੰਦਗੀ ਵਿੱਚ ਕਹਿ ਲੋ ਕਿ ਕਦੀ ਸੁੱਖ ਆਉਂਦਾ ਹੀ ਨਹੀਂ ਹੈ। ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ। ਬਿਨਾਂ ਗੁਰੂ ਤੋਂ ਜ਼ਿੰਦਗੀ ਵਿੱਚ ਸੁੱਖ ਨਹੀਂ ਹੈ। ਦੁਨਿਆਵੀ ਸੁੱਖ ਆਉਂਦਾ ਹੈ, ਅੱਜ ਆਉਂਦਾ ਹੈ, ਕੱਲ ਚਲਾ ਜਾਂਦਾ ਹੈ, ਇਹ ਸਦੀਵੀ ਨਹੀਂ। ਪਰ ਜਿਹੜਾ ਹਮੇਸ਼ਾ ਰਹਿਣ ਵਾਲਾ ਭਾਵ ਕਹਿ ਲੋ ਕਿ ਸਦੀਵੀ ਸੁੱਖ ਹੈ, ਅਬਿਨਾਸ਼ੀ ਸੁੱਖ ਹੈ, ਉਹ ਕੇਵਲ ਤਾਂ ਕੇਵਲ ਗੁਰੂ ਬਖਸ਼ਿਸ਼ ਕਰਦਾ ਹੈ। ਤੇ ਮਾਲਕ ਜੀ ਕਹਿੰਦੇ ਨੇ ਗੁਰੂ ਤੋਂ ਬਿਨਾਂ ਸੁੱਖ ਕਦੇ ਜ਼ਿੰਦਗੀ ਵਿੱਚ ਨਹੀਂ ਆ ਸਕਦਾ। ਫਿਰ ਪਛੋਤਾਵੇ। ਬਾਰ-ਬਾਰ ਜਿਹੜਾ ਪਛਤਾਵਾ ਪੱਲੇ ਪੈਂਦਾ ਹੋਰ ਕੁਛ ਨਹੀਂ ਹੈ। ਭਾਈ ਮਾਣੇ ਨੂੰ ਵੀ ਇੱਕ ਗੱਲ ਸਮਝਾਈ ਸੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਜਦੋਂ ਉਹ ਆਪ ਹੁਜ਼ਰੀ ਕਰਨ ਲੱਗ ਪਿਆ, ਆਪਣੇ ਅਨੁਸਾਰ ਹੋ ਕੇ ਕਰਨ ਲੱਗ ਪਿਆ, ਬਹੁਤ ਚੰਗੀ ਸੇਵਾ ਕਰਦਾ ਸੀ, ਵਾਹ ਵਾਹ ਹੁੰਦੀ ਸੀ ਉਹਦੀ। ਪਰ ਅਖੀਰ ਜਦੋਂ ਆਪਣੀ ਮਰਜ਼ੀ ਤੇ ਆ ਗਿਆ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇੱਕ ਦਿਨ ਕੋਲ ਬਿਠਾ ਕੇ ਬੜੇ ਪਿਆਰ ਨਾਲ ਸਮਝਾਇਆ। ਕਹਿਣ ਲੱਗੇ ਆਪ ਹੁਜ਼ਰੀਆਂ ਨਹੀਂ ਕਰੀਦੀ, ਆਪਣੀ ਮਰਜ਼ੀ ਮੁਤਾਬਕ ਨਹੀਂ ਚੱਲਣਾ। ਚਲੋ ਬਚਨਾਂ ਨੂੰ ਸੁਣ ਕੇ ਤੇ 2-4 ਦਿਨ ਠੀਕ ਹੋਇਆ, ਫਿਰ ਉਦਾਂ ਹੀ। ਅਖੀਰ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਹ ਗੱਲ ਕਹਿਣੀ ਪਈ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਤੂੰ ਜਾ, ਹੁਣ ਗੁਰੂ ਕਹਿ ਰਿਹਾ। ਇਤਿਹਾਸ ਦੇ ਬੋਲ ਨੇ ਕਿ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਕਿ ਭਾਈ ਸਿੱਖਾ ਜਾ, ਤੇਰੇ ਵਰਗੇ ਸੇਵਾਦਾਰ ਦੀ ਲੋੜ ਨਹੀਂ ਸਾਨੂੰ। ਕਿਉਂ? ਤੂੰ ਆਪਣੀ ਮਰਜ਼ੀ ਮੁਤਾਬਕ ਤੁਰਨ ਲੱਗ ਪਿਆ। ਫਿਰ ਇਹਨੂੰ ਅਹਿਸਾਸ ਹੋਇਆ ਇਸ ਗੱਲ ਦਾ ਕਿ ਮੈਂ ਗਲਤ ਕਰ ਰਿਹਾ। ਗੁਰੂ ਸਾਹਿਬ ਜੀ ਤੋਂ ਮਾਫੀ ਮੰਗੀ, ਸੰਗਤ ਤੋਂ ਮਾਫੀ ਮੰਗੀ ਕਿ ਅੱਜ ਤੋਂ ਬਾਅਦ ਮੈਂ ਜਿਹੜਾ ਹੈ ਤੁਹਾਡੇ ਅਨੁਸਾਰੀ ਹੋ ਕੇ ਚੱਲਾਂਗਾ, ਮੈਂ ਆਪ ਹੁਜ਼ਰੀ ਨਹੀਂ ਕਰਾਂਗਾ। ਉਸੇ ਗੱਲ ਨੂੰ ਗੁਰੂ ਅਮਰਦਾਸ ਸਾਹਿਬ ਜੀ ਦ੍ਰਿੜ ਕਰਵਾ ਰਹੇ ਨੇ, ਭਾਈ ਜੇ ਸੁੱਖ ਲੈਣਾ ਹੈ ਗੁਰੂ ਅਨੁਸਾਰੀ ਹੋ ਕੇ ਤੁਰਨਾ ਆ ਜਾਵੇ, ਇਹ ਯਤਨ ਕਰ, ਨਹੀਂ ਤੇ ਜ਼ਿੰਦਗੀ ਵਿੱਚ ਕੇਵਲ ਤਾਂ ਕੇਵਲ ਪਛਤਾਵਾ ਹੀ ਰਹਿ ਜਾਏਗਾ। ਹਰ ਕੇ ਦਾਸ ਸੁਹੇਲੇ ਭਾਈ, ਸੁਹੇਲੇ ਤੋਂ ਭਾਵ ਸੁਖੀ। ਜਿਹੜੇ ਰੱਬ ਦੇ ਭਗਤ ਨੇ, ਰੱਬ ਦੇ ਪਿਆਰੇ ਨੇ, ਉਹ ਸੁਖੀ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੈ। ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ, ਆਪੇ ਮੇਲ ਮਿਲਾਈ। ਜਨਮਾਂ ਜਨਮਾਂਤਰਾਂ ਦੇ ਕਿਲ ਵਿਖ ਭਾਵ ਪਾਪ ਦੁੱਖ ਸਾਰੇ ਫਿਰ ਕੱਟੇ ਜਾਂਦੇ ਨੇ। ਪਰਮਾਤਮਾ ਫਿਰ ਆਪ ਉਹਨਾਂ ਨੂੰ ਜਿਹੜਾ ਹੈ ਆਪਣੇ ਨਾਲ ਮਿਲਾਉਂਦਾ ਹੈ। ਜਿਨ੍ਹਾਂ ਨੇ ਆਤਮਿਕ ਸੁੱਖ ਪ੍ਰਾਪਤ ਕਰ ਲਿਆ, ਜਿਹੜੇ ਗੁਰੂ ਦੀ ਰਜ਼ਾ ਮੁਤਾਬਕ ਚੱਲਣ ਲੱਗ ਪਏ। ਰਹਾਉ ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁਲਾ ਸਹਿ ਸਾਰਾ। ਕੁਟੰਬ ਤੋਂ ਭਾਵ ਪਰਿਵਾਰ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਜੇ ਮਰਜ਼ੀ ਮੁਤਾਬਕ ਤੁਰੇਗਾ ਤੇ ਇਹ ਪਰਿਵਾਰ ਵੀ ਕਿਤੇ ਨਾ ਕਿਤੇ ਮੋਹ ਦਾ ਬੰਧਨ ਬਣ ਜਾਏਗਾ ਤੇਰੀ ਜਿੰਦ ਵਾਸਤੇ, ਨਹੀਂ ਜੁੜਨ ਦੇਗਾ। ਪਰ ਜੇ ਗੁਰੂ ਅਨੁਸਾਰੀ ਹੋ ਕੇ ਤੁਰ ਪਿਆ ਤੇ ਫਿਰ ਸਮਝ ਆ ਜਾਏਗੀ, ਪਰਿਵਾਰ ਵੀ ਫਿਰ ਕਹਿ ਲੋ ਕਿ ਤੇਰੇ ਵਾਸਤੇ ਚੰਗਾ ਹੈ, ਇਹ ਰਿਸ਼ਤਾ ਵੀ ਫਿਰ ਪਵਿੱਤਰ ਹੈ। ਇਸ ਲਈ ਮਾਲਕ ਕਹਿਣ ਲੱਗੇ ਇਹ ਪਰਿਵਾਰ ਜਿੰਦ ਦਾ ਜਿਹੜਾ ਹੈ ਨਾ, ਕਹਿ ਲੋ ਜਿੰਦ ਨੂੰ ਬੰਧਨ ਬਣ ਗਿਆ ਜਦੋਂ ਮਨੁੱਖ ਆਪਣੀ ਮਰਜ਼ੀ ਮੁਤਾਬਕ ਤੁਰਨ ਲੱਗ ਪਿਆ। ਭਰਮ ਦੇ ਵਿੱਚ ਭੁੱਲਾ ਹੋਇਆ ਸੰਸਾਰ ਦੇ ਵਿੱਚ ਫਿਰ ਭਟਕਦਾ ਰਹਿੰਦਾ ਹੈ। ਬਿਨ ਗੁਰ ਬੰਧਨ ਟੂਟੈ ਨਾਹੀ, ਗੁਰਮੁਖ ਮੋਖ ਦੁਆਰਾ। ਗੁਰੂ ਤੋਂ ਬਿਨਾ ਇਹ ਮਾਇਆ ਦੇ ਬੰਧਨ, ਮੋਹ ਦੇ ਬੰਧਨ ਜਿਹੜੇ ਨੇ ਟੁੱਟਦੇ ਨਹੀਂ।
ਤੇ ਗੁਰੂ ਅਨੁਸਾਰ ਹੀ ਹੋ ਕੇ ਤੁਰਿਆ, ਸਤਿਗੁਰੂ ਜੀ ਕਹਿੰਦੇ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋ ਜਾਂਦਾ ਹੈ। ਕਰਮ ਕਰੇ ਗੁਰ ਸ਼ਬਦ ਨਾ ਪਛਾਣੈ, ਮਰ ਜਨਮਹਿ ਵਾਰੋ ਵਾਰਾ। ਕਰਮ ਤੇ ਕਰਦਾ ਹੈ ਇਨਸਾਨ ਆਪਣੇ ਮੁਤਾਬਕ। ਅਸੀਂ ਜਿਹੜਾ ਹੈ ਵਿਚਾਰ ਕਰਕੇ ਵੇਖੀਏ, ਸੋਚ ਕੇ ਵੇਖੀਏ, ਆਪਾਂ ਕਵਾਂਗੇ ਅਸੀਂ ਧਰਮ ਦਾ ਵੀ ਕਰਮ ਬਹੁਤ ਕਰਦੇ ਹਾਂ, ਪੁੰਨ ਵੀ ਬਹੁਤ ਕਰੀਦਾ ਹੈ, ਦਾਨ ਵੀ ਬੜਾ ਕਰੀਦਾ ਹੈ। ਪਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਰਮ ਬਹੁਤ ਕੀਤਾ ਹੈ, ਪਰ ਉਹ ਏਦਾਂ ਵਿਅਰਥ ਚਲਾ ਗਿਆ। ਜਿਵੇਂ ਇੱਕ ਉਦਾਹਰਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਮਾਲਕ ਕਹਿੰਦੇ ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ। ਨਾਨਕ ਨਿਹਫਲ ਜਾਤ ਤੇ ਚੋਂ ਕੁੰਚਰ ਇਸ਼ਨਾਨ। ਜਿਵੇਂ ਹਾਥੀ ਨਹਾ ਧੋ ਕੇ ਤੇ ਆਪਣੇ ਉੱਤੇ ਸਵਾਹ ਪਾ ਲਵੇ, ਮਿੱਟੀ ਪਾ ਲਵੇ, ਨਾਤਾ ਧੋਤਾ ਉਹਦਾ ਸਭ ਕਹਿ ਲੋ ਵਿਅਰਥ ਚਲਾ ਗਿਆ। ਕਹਿੰਦੇ ਕਰਮ ਤੇ ਕੀਤਾ, ਪਰ ਉਹ ਕਰਮ ਦੇ ਨਾਲ ਨਾਲ ਜਿਹੜਾ ਗੁਮਾਨ ਵੀ ਕਰ ਬੈਠਾ, ਜਿਸ ਕਰਕੇ ਉਹ ਕਿਸੇ ਵੀ ਲੇਖੇ ਨਹੀਂ ਲੱਗਾ। ਮਾਲਕ ਜੀ ਕਹਿਣ ਲੱਗੇ ਦੇ ਪਿੱਛੇ ਕਾਰਨ ਕੀ ਹੈ? ਕਾਰਨ ਇਹ ਹੈ ਕਿ ਕਰਮ ਕਰੇ ਗੁਰ ਸ਼ਬਦ ਨਾ ਪਛਾਣੈ। ਗੁਰੂ ਕੇ ਸ਼ਬਦ ਦੀ ਵਿਚਾਰ ਨਹੀਂ ਕਰਦੇ, ਗੁਰੂ ਕੀ ਸਿੱਖਿਆ ਮੁਤਾਬਕ ਆਪਣੇ ਜੀਵਨ ਨੂੰ ਨਹੀਂ ਢਾਲਦੇ। ਮਰ ਜਨਮਹਿ ਵਾਰੋ ਵਾਰਾ, ਫਿਰ ਆਵਾਗਾਉਣ ਬਣਿਆ ਰਹਿੰਦਾ, ਮਰਦੇ ਰਹਿੰਦੇ ਆ, ਜੰਮਦੇ ਰਹਿੰਦੇ ਆ, ਗਰਭ ਜੋਨੀ ਵਿੱਚ ਫਿਰ ਪੈਂਦੇ ਰਹਿੰਦੇ ਆ, ਸੰਸਾਰ ਤੇ ਭਟਕਣਾ ਬਣੀ ਰਹਿੰਦੀ ਹੈ। ਹਉ ਮੇਰਾ ਜਗ ਪਲਚ ਰਹਿਆ ਭਾਈ। ਸਤਿਗੁਰੂ ਜੀ ਕਹਿੰਦੇ ਜਿੱਥੇ ਵੀ ਵੇਖੋ ਮੈਂ ਵੱਡਾ, ਮੈਂ ਮੇਰੀ ਦੇ ਵਿੱਚ ਇਨਸਾਨ ਜਿਹੜਾ ਹੈ ਉਹ ਫਸਿਆ ਹੋਇਆ ਹੈ। ਹਉ ਮੇਰਾ, ਹਉ ਦਾ ਅਰਥ ਹੈ ਮੈਂ, ਮੇਰਾ ਦਾ ਅਰਥ ਹੈ ਭਾਵ ਮੈਂ ਵੱਡਾ, ਇਹ ਸਭ ਕੁਛ ਮੇਰਾ ਆਦਿਕ। ਇਸ ਗੱਲ ਦੇ ਵਿੱਚ ਹੀ ਮਨੁੱਖ ਜਿਹੜਾ ਹੈ ਨਾ ਉਲਝਿਆ ਹੋਇਆ ਹੈ। ਕੋਈ ਨਾ ਕਿਸ ਹੀ ਕੇਰਾ, ਪਰ ਅਸਲ ਸੱਚ ਇਹ ਹੈ ਕਿ ਕੋਈ ਵੀ ਕਿਸੇ ਦਾ ਨਹੀਂ ਹੈ। ਸੰਸਾਰ ਤੇ ਆਏ ਸ਼ੁਭ ਕਰਮ ਜਿਹੜੇ ਨੇ ਉਹ ਨਾਲ ਨਿਭਣਗੇ। ਤੇ ਇਸ ਲਈ ਮੇਰੇ ਮਾਲਕ ਕਹਿਣ ਲੱਗੇ ਜਿਨ੍ਹਾਂ ਨੂੰ ਤੂੰ ਮੈਂ ਮੇਰੀ ਵਿੱਚ ਫਸ ਕੇ ਕਹਿ ਰਿਹਾ ਆ ਵੀ ਮੇਰਾ ਹੈ, ਆ ਵੀ ਮੇਰਾ ਹੈ, ਮੈਂ ਵੱਡਾ, ਸਤਿਗੁਰੂ ਜੀ ਕਹਿੰਦੇ ਕੋਈ ਕਿਸੇ ਦਾ ਨਹੀਂ ਹੈ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੀਂ। ਨਾਨਕ ਥਿਰ ਹਰਿ ਭਗਤ ਹੈ, ਤਿਹ ਰਾਖੋ ਮਨ ਮਾਹੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਸੰਸਾਰ ਦੇ ਅੰਦਰ ਜਿਹੜਾ ਤੁਰ ਫਿਰ ਕੇ ਵੇਖਿਆ ਮਾਹੌਲ, ਤੇ ਇਹੋ ਹੀ ਗੱਲ ਅੱਗੇ ਆਈ ਹੈ, ਕੋਈ ਕਿਸੇ ਦਾ ਨਹੀਂ, ਕੋਈ ਕਿਸੇ ਦਾ ਨਹੀਂ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਇਸ ਪਾਸੇ ਨਾ ਲੱਗ ਕੇ ਆਪਾਂ ਜਿਹੜਾ ਹੈ ਗੁਰੂ ਅਨੁਸਾਰੀ ਹੋ ਕੇ ਤੁਰੀਏ। ਕਿਉਂ? ਸਤਿਗੁਰੂ ਸਦਾ ਦਇਆਲ ਹੈ ਭਾਈ। ਮੇਰਾ ਗੁਰੂ ਹਮੇਸ਼ਾ ਦਇਆ ਦੇ ਘਰ ਵਿੱਚ ਰਹਿੰਦਾ ਹੈ। ਬਿਨ ਭਾਗਾਂ ਕਿਆ ਪਾਈਐ, ਪਰ ਭਾਗਾਂ ਤੋਂ ਬਿਨਾ ਗੁਰੂ ਤੋਂ ਬਖਸ਼ਿਸ਼ ਪ੍ਰਾਪਤ ਅਸੀਂ ਨਹੀਂ ਕਰ ਸਕਦੇ। ਭਾਵ ਕਹਿਣ ਤੋਂ ਇਹ ਕਿ ਅਸੀਂ ਗੁਰੂ ਚਰਨਾਂ ਵਿੱਚ ਜਦੋਂ ਮੱਥਾ ਰੱਖਦੇ, ਮੱਥਾ ਟੇਕਦੇ ਤੇ ਤਰਲਾ ਲਿਆ ਕਰੀਏ, ਸਤਿਗੁਰੂ ਜੀ ਕਿਰਪਾ ਕਰੋ, ਸਾਡੇ ਲੇਖ ਜੇ ਪੁੱਠੇ ਨੇ ਤੁਸੀਂ ਸਿੱਧੇ ਕਰ ਦਿਓ। ਤੇ ਗੁਰੂ ਵਿੱਚ ਸਮਰੱਥਾ ਹੈ। ਸਾਡਾ ਤਰਲਾ ਲਿਆ ਹੋਇਆ ਕਿਤੇ ਜਦੋਂ ਪ੍ਰਵਾਨ ਹੋ ਜਾਵੇ ਤੇ ਮਾਲਕ ਆਪਣੇ ਚਰਨਾਂ ਵਿੱਚ ਫਿਰ ਥਾਂ ਬਖਸ਼ ਦਿੰਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰੂ ਹਮੇਸ਼ਾ ਦਇਆ ਦੇ ਘਰ ਵਿੱਚ ਦਿਆਲੂ ਹੈ, ਪਰ ਭਾਗਾਂ ਤੋਂ ਬਿਨਾਂ ਸ਼ਾਇਦ ਜਿਹੜੀ ਉਹ ਪ੍ਰਾਪਤ ਨਹੀਂ ਹੋ ਸਕਦੀ। ਏਕ ਨਦਰ ਕਰ ਵੇਖੈ ਸਭ ਉਪਰ, ਇਹਦਾ ਭਾਵੇਂ ਨਹੀਂ ਕਿ ਗੁਰੂ ਦੇ ਅੰਦਰ ਵਿਤਕਰਾ ਹੈ ਕੋਈ ਨਹੀਂ। ਸਤਿਗੁਰੂ ਜੀ ਸਾਰਿਆਂ ਦੇ ਉੱਤੇ ਜਿਹੜਾ ਦਇਆ ਦ੍ਰਿਸ਼ਟੀ ਇੱਕੋ ਜਿਹੀ ਪਾਉਂਦੇ ਨੇ, ਪਰ ਜੇਹਾ ਭਾਉ ਤੇਹਾ ਫਲ ਪਾਈਐ। ਜਿਹੋ ਜੀ ਕੋਈ ਸ਼ਰਧਾ ਲੈ ਕੇ, ਭਰੋਸਾ ਲੈ ਕੇ, ਵਿਸ਼ਵਾਸ ਲੈ ਕੇ ਗੁਰੂ ਚਰਨਾਂ ਵਿੱਚ ਆਇਆ ਹੈ, ਉਹੋ ਜਿਹਾ ਨੂੰ ਫਲ ਪ੍ਰਾਪਤ ਹੋ ਜਾਂਦਾ ਹੈ। ਨਜ਼ਰ ਸਾਰਿਆਂ ਤੇ ਇੱਕੋ ਜਿਹੀ ਹੈ, ਪਰ ਭਾਵਨਾ ਕੈਸੀ ਹੈ? ਹਰ ਇੱਕ ਦੀ ਇੱਕੋ ਜਿਹੀ ਹੈ ਜਾਂ ਵੱਖੋ ਵੱਖਰੀ ਹੈ?
ਸ਼ਰਧਾ ਨੂੰ, ਭਾਵਨਾ ਨੂੰ, ਭਰੋਸੇ ਨੂੰ, ਯਕੀਨ ਨੂੰ ਵੇਖ ਕੇ ਸਤਿਗੁਰੂ ਜੀ ਉਹਨੂੰ ਫਲ ਬਖਸ਼ ਦਿੰਦੇ ਨੇ। ਅਖੀਰ ਵਿੱਚ ਮਾਲਕ ਕਹਿੰਦੇ, ਨਾਨਕ ਨਾਮ ਵਸੈ ਮਨ ਅੰਤਰ, ਜਿਨ੍ਹਾਂ ਦੇ ਹਿਰਦਿਆਂ ਵਿੱਚ, ਮਨਾਂ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ, ਵਿੱਚੋਂ ਆਪ ਗਵਾਈਐ, ਉਹ ਫਿਰ ਆਪਣੇ ਅੰਦਰੋਂ ਮੈਂ ਮੇਰੀ ਖਤਮ ਕਰ ਲੈਂਦੇ ਨੇ, ਆਪਾ ਭਾਵ ਖਤਮ ਕਰ ਲੈਂਦੇ ਨੇ। ਆਪ ਗਵਾਈਏ ਤੋਂ ਭਾਵ ਇਹ ਹੈ ਕਿ ਹੁਣ ਸਾਡਾ ਕੁਝ ਵੀ ਨਹੀਂ ਹੈ, ਮਾਲਕ ਜੀ ਸਭ ਕੁਝ ਤੁਹਾਡਾ ਹੀ ਹੈ। ਤੇ ਫਿਰ ਅੰਦਰੋਂ ਫਿਰ ਇਹੋ ਹੀ ਵਿਚਾਰ ਕਹਿ ਲਓ ਨਿਕਲਦੀ ਹੈ, ਜਿਵੇਂ ਬਾਬਾ ਕਬੀਰ ਜੀ ਦਾ ਬਚਨ ਆਪ ਜੀ ਨੂੰ ਯਾਦ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਗੁਰੂ ਕਿਰਪਾ ਕਰੇ ਬਚਨ ਹਿਰਦਿਆਂ ਵਿੱਚ ਵਸਣ ਜੀ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।